गुरु वाहिगुरु वाहिगुरु साहिब जी। आसा महला तीजा। मन मुख झूठो झूठ कमावै, खसमे का महल कदे ना पावै। दूजे लगी भरम भुलावै, ममता बाधा आवे जावै। दुहागनी का मन देख शिंगार, पुत्र कलतर धन माया चित लाए। झूठ मोह पाखंड विकार रहो, सदा सुहागण जो प्रभ भावै। गुर शब्दी शिंगार बनावै, सेज सुखाली अनदिन हर रावै। मिल प्रीतम सदा सुख पावै, सास सुहागण साची जिस साच प्यार। अपना पिर राखै सदा उरधार, नेड़े वेखै सदा दूर। मेरा प्रभ सर्ब रहया भरपूर, आगे जात रूप ना जाए। तेहा होवै जे कर्म कमाए, शब्दे ऊंचा शब्दे ऊंचो ऊंचा होए। नानक साच समावै सोए। तो मैं आया सरनी आया, कृपा आया परोसे आया। ज्यों भावै ज्यों भावै त्यों राख स्वामी। मार्ग गुरह पठाया, तो मैं आया सरनी आया। ज़हरा ज़हूर हाजरा हजूर, सर्व कला भरपूर समरथ गुरु। लोक परलोक दे रखेक भगत वशल ज्ञान दे सागर, दयालु बख्शिंद पिता। भगतां गुरुआं भट्टां सिखां दी इलाही बाणी, बाणी गुरु जोत। धन धन श्री गुरु ग्रंथ साहिब महाराज जी दे रूप दे विच प्रतख सतगुरु। बाणी गुरु गुरु है वाणी, धन धन श्री गुरु ग्रंथ साहिब जी महाराज। महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी। धनता दे योग असी सारे ही वडभागे हाँ, जिन्हां दे कृपा करके महाराज जी ने जीवन का बहुत ही कीमती समा दिन सवास सानू सफल करना और लेखे विच लाउण दा बहुत ही प्यारा समा बख्शिया। धन धन सच्चे पातशाह गुरु ग्रंथ साहिब गुरु नानक पातशाह आप दा शुकराना है। आप जी ने इस योग समझे, आप जी ने सानू निवाजिया, सानू बख्शिया और सानू अपनी बहुत ही कीमती बाणी गुरबाणी कीर्तन शब्द विचार दी बख्शिश की। सो साध संगत गुरबाणी इस जग में
ਚਾਨਣ। ਗੁਰਬਾਣੀ ਜਿਹੜੀ ਹੈ, ਬਾਣੀ ਦੇ ਵਿੱਚ ਲਿਖਿਆ ਵੀ ਇਹ ਚਾਨਣ ਹੈ। ਚਾਨਣ ਹਮੇਸ਼ਾ ਖੁਸ਼ਹਾਲੀ, ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਹਨੇਰਾ ਜਿਹੜਾ ਹੁੰਦਾ ਉਹ ਡਰ, ਗਮਗੀਨ ਦਾ ਪ੍ਰਤੀਕ ਹੁੰਦਾ ਹੈ। ਹਨੇਰੇ ਤੋਂ ਅਕਸਰ ਲੋਕ ਡਰਦੇ ਨੇ ਤੇ ਪ੍ਰਕਾਸ਼ ਦੇ ਵਿੱਚ ਲੋਕੀ ਭੱਜਦੇ ਨੇ। ਹਨੇਰੇ ਦੇ ਵਿੱਚ ਲਮਕਦੀ ਹੋਈ ਰੱਸੀ ਵੀ ਸੱਪ ਲੱਗਦੀ ਹੈ। ਭਰਮ ਦੇ ਵਿੱਚ ਹਨੇਰੇ ਦੇ ਵਿੱਚ ਪਈ ਹੋਈ ਕੋਈ ਚੀਜ਼ ਵੀ ਸਾਨੂੰ ਡਰਾਉਂਦੀ ਹੈ। ਹਨੇਰੇ ਦੇ ਵਿੱਚ ਕਦੀ ਵੀ ਰਸਤਾ ਜਿਹੜਾ ਹੈ ਉਹ ਤੈਅ ਨਹੀਂ ਹੁੰਦਾ। ਹਨੇਰੇ ਦੇ ਵਿੱਚ ਬੰਦੇ ਨੂੰ ਹਮੇਸ਼ਾ ਠੋਕਰ ਲੱਗਦੀ ਹੈ। ਹਨੇਰੇ ਦੇ ਵਿੱਚ ਤੁਰਿਆ ਬੰਦਾ ਪ੍ਰਕਾਸ਼ ਵਿੱਚ ਤੁਰੇ ਹੋਏ ਬੰਦੇ ਨਾਲੋਂ ਬਹੁਤ ਪਛੜ ਜਾਂਦਾ ਹੈ। ਇਸ ਕਰਕੇ ਗੁਰੂ ਇੱਕ ਹਨੇਰੇ ਨੂੰ ਦੂਰ ਕਰਨ ਵਾਲਾ ਪ੍ਰਕਾਸ਼ ਜਾਂ ਚਾਨਣ ਹੈ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਾਡੇ ਕੋਲ ਜਿੰਨੀ ਮਰਜ਼ੀ ਰੌਸ਼ਨੀ ਹੋਵੇ, ਰੌਸ਼ਨੀ ਦਾ ਮਤਲਬ ਕੇਵਲ ਬਲਬਾਂ ਦੀ, ਟਿਊਬਾਂ ਦੀ ਲਾਈਟ ਨਹੀਂ। ਮਤਲਬ ਸਾਡੇ ਕੋਲ ਜਿੰਨੇ ਮਰਜ਼ੀ ਧਨ ਪਦਾਰਥ ਕਿਉਂ ਨਾ ਹੋਣ, ਸਾਧਨ ਕਿਉਂ ਨਾ ਹੋਣ, ਮਾਇਆ ਕਿਉਂ ਨਾ ਹੋਵੇ, ਸਾਡੀ ਵਡਿਆਈ ਵੀ ਜੱਗ ਵਿੱਚ ਕਿਉਂ ਨਾ ਹੋਵੇ, ਸਾਡੇ ਕੋਲ ਦੁਨੀਆ ਦੀ ਹਰ ਚੀਜ਼ ਕਿਉਂ ਨਾ ਹੋਵੇ, ਪਰ ਮਹਾਰਾਜ ਜੀ ਕਹਿੰਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰ ਕਰ ਰੇ ਮਨ ਮੇਰੇ। ਗੁਰੂ ਤੋਂ ਬਿਨਾਂ ਕਿਸੇ ਨੂੰ ਅੱਜ ਤੱਕ ਸੋਝੀ ਨਾ ਆਈ ਤੇ ਨਾ ਆਵੇਗੀ। ਮਤਲਬ ਗੁਰੂ ਚਾਨਣ ਹੈ, ਗੁਰੂ ਪ੍ਰਕਾਸ਼ ਹੈ, ਗੁਰੂ ਰਾਹ ਦਿਖਾਉਣ ਵਾਲਾ ਐਸਾ ਕਾਲਪੁਰਖ ਦਾ ਰੂਪ ਹੈ ਜਿਹਦੇ ਵਰਗਾ ਹੋਰ ਕੋਈ ਵੀ ਨਹੀਂ। ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਐਸਾ ਹੈ, ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ। ਮਤਲਬ ਗੁਰੂ ਇਸ ਤਰ੍ਹਾਂ ਕਰਦਾ, ਬਾਂਹ ਵੀ ਫੜਦਾ, ਬਾਂਹ ਫੜ ਕੇ ਅੱਗੇ ਤੱਕ ਛੱਡ ਕੇ ਵੀ ਆਉਂਦਾ। ਜਿਵੇਂ ਕਿਸੇ ਅਸੀਂ ਬਜ਼ੁਰਗ ਨੂੰ ਸੜਕ ਪਾਰ ਕਰਕੇ ਦੂਜੇ ਪਾਸੇ ਲੰਘਾ ਦਈਏ, ਜਿਵੇਂ ਕਿਸੇ ਨੂੰ ਘਰ ਨਹੀਂ ਲੱਭਦਾ ਕਿਸੇ ਬਜ਼ੁਰਗ ਨੂੰ ਆਪ ਅਸੀਂ ਛੱਡ ਆਈਏ। ਚੱਲ ਬਜ਼ੁਰਗੋ ਮੈਂ ਤੁਹਾਨੂੰ ਛੱਡ ਕੇ ਆਉਣਾ, ਤੁਹਾਡੇ ਕੋਲੋਂ ਜਾਇਆ ਨਹੀਂ ਜਾਣਾ, ਤੁਸੀਂ ਮੇਰੇ ਨਾਲ ਆਓ, ਮੇਰੀ ਗੱਡੀ ਮੇਰੇ ਸਕੂਟਰ 'ਤੇ ਬੈਠੋ, ਮੈਂ ਫਲਾਣੇ ਘਰ ਤੁਹਾਨੂੰ ਛੱਡ ਆਉਣਾ। ਜਿਸ ਨੂੰ ਕਹਿੰਦੇ ਨੇ ਦਰਗਾਹ, ਜਿਸ ਨੂੰ ਕਹਿੰਦੇ ਨੇ ਸੱਚਖੰਡ, ਜਿਸ ਨੂੰ ਕਹਿੰਦੇ ਨੇ ਨਿਜ ਘਰ, ਜਿਸ ਨੂੰ ਕਹਿੰਦੇ ਨੇ ਬੇਗਮਪੁਰਾ, ਉਹ ਘਰ ਦੇ ਵਿੱਚ ਜਾਣ ਦੇ ਲਈ ਸਾਡੇ ਕੋਲ ਕੋਈ ਐਸੀ
ਤਰਕੀਬ ਨਹੀਂ ਹੈ, ਢੰਗ ਨਹੀਂ ਹੈ, ਜੁਗਤੀ ਨਹੀਂ ਹੈ ਜਿਹੜਾ ਅਸੀਂ ਆਪਣੇ ਆਪ ਪਹੁੰਚ ਜਾਈਏ। ਅਸੀਂ ਆਪਣੇ ਆਪ ਪਹੁੰਚ ਨਹੀਂ ਸਕਦੇ। ਇਸ ਕਰਕੇ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਏ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਇੱਦਾਂ ਦਾ ਗੁਰੂ ਜਿਹੜਾ ਧਰਮੀ ਹੈ ਉਹ ਜਿਸ ਦੀ ਬਾਂਹ ਫੜਦਾ ਉਸ ਨੂੰ ਆਪਣੇ ਨਾਲ ਸੱਚਖੰਡ ਲੈ ਕੇ ਜਾਂਦਾ। ਇਸ ਕਰਕੇ ਗੁਰੂ ਚਾਨਣ ਹੈ, ਗੁਰੂ ਪ੍ਰਕਾਸ਼ ਹੈ। ਸਾਡੀ ਪਲੀਤ ਮਾੜੀ ਬੁੱਧੀ ਨੂੰ ਗੁਰੂ ਰੁਸ਼ਨਾਉਂਦਾ, ਸਾਫ਼ ਕਰਦਾ ਆਪਣੀ ਕਿਰਪਾ ਦਾ ਚਾਨਣ ਕਰਕੇ। ਇਸ ਕਰਕੇ ਬੜੀ ਵਾਰ ਪੰਕਤੀ ਪੜ੍ਹ ਚੁੱਕੇ ਹਾਂ, ਗਿਆਨ ਅੰਜਨ ਗੁਰ ਦੀਆ। ਗਿਆਨ ਇੱਕ ਐਸਾ ਪ੍ਰਕਾਸ਼, ਐਸਾ ਸੁਰਮਾ ਜਿਹਨੂੰ ਪਾ ਕੇ ਬੰਦੇ ਨੂੰ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ। ਗਿਆਨ ਇੱਦਾਂ ਦਾ ਸੁਰਮਾ। ਅੰਜਨ ਜੰਝ ਪੰਕਤੀ ਪੜ੍ਹਦੇ ਇੱਕ ਹੋਰ, ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ। ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਾਰ ਸੰਸਰ ਜਾਣੈ ਜੋਗੀ ਕਹੀਐ ਸੋਈ। ਜਿਸ ਦੀਆਂ ਅੱਖੀਆਂ ਜਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਪਿਆ ਹੋਏਗਾ ਉਹਨੂੰ ਸਾਰੇ ਹੀ ਪਿਆਰੇ ਦਿਸਣਗੇ, ਉਹਨੂੰ ਸਾਰੇ ਹੀ ਆਪਣੇ ਲੱਗਣਗੇ। ਉਹ ਸਾਰਿਆਂ ਨੂੰ ਹੀ ਆਪਣੇ ਕਲਾਵੇ ਵਿੱਚ ਲਏਗਾ, ਸਾਰਿਆਂ ਨੂੰ ਪਿਆਰ ਕਰੇਗਾ। ਅੰਜਨ ਮਾਹੇ ਨਿਰੰਜਨ ਰਹੀ ਹੈ। ਇਸ ਕਰਕੇ ਇੱਦਾਂ ਦਾ ਸੁਰਮਾ, ਇੱਦਾਂ ਦਾ ਅੰਜਨ, ਇੱਦਾਂ ਦਾ ਪ੍ਰਕਾਸ਼ ਗੁਰੂ ਤੋਂ ਮਿਲਦਾ ਜੋ ਸਾਨੂੰ ਸਾਡੀ ਹੋਂਦ ਦਾ ਅਹਿਸਾਸ ਕਰਵਾਉਂਦਾ, ਜੋ ਸਾਨੂੰ ਸਾਡਾ ਜਿਹੜਾ ਪ੍ਰਯੋਜਨ ਹੈ, ਏਮ ਹੈ, ਮਕਸਦ ਹੈ, ਉਹਦੇ ਵੱਲ ਸਾਨੂੰ ਲੈ ਕੇ ਜਾਂਦਾ। ਜਿੰਝ ਵੀ ਕਹਿ ਸਕਦੇ ਹਾਂ ਭੁੱਲਿਆਂ ਨੂੰ ਗੁਰੂ ਰਸਤੇ ਪਾਉਂਦਾ। ਜਿਹੜੀ ਚੀਜ਼ ਅਸੀਂ ਭੁੱਲ ਚੁੱਕੇ ਹਾਂ ਉਹਨਾਂ ਨੂੰ ਗੁਰੂ ਸਾਹਿਬ ਮਿਹਰ ਕਰਕੇ ਸਾਨੂੰ ਦਰਸਾਉਂਦੇ ਨੇ, ਜਨਾਉਂਦੇ ਨੇ, ਸਾਨੂੰ ਭੁੱਲਿਆਂ ਨੂੰ ਉਠਾਉਂਦੇ ਨੇ, ਸੁੱਤੇ ਨੂੰ ਜਗਾਉਂਦੇ ਨੇ ਵੀ ਜਾਗ ਮਾਇਆ ਲਗ ਭੁੱਲੋ ਸੰਸਾਰ। ਮਹਾਰਾਜ ਜੀ ਨੂੰ ਪਤਾ ਵੀ ਜਿਸ ਸੰਸਾਰ ਦੇ ਵਿੱਚ ਇਹ ਆਇਆ ਇਹ ਰੰਗੀਨ ਬਹੁਤ ਹੈ, ਇਹ ਮਿੱਠਾ ਬੜਾ ਹੈ, ਇਸਨੇ ਇਹਦੇ ਵਿੱਚ ਫਸ ਜਾਣਾ ਤੇ ਫਸ ਕੇ ਖਤਮ ਤੱਕ ਹੋ ਜਾਂਦਾ। ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਵਿੱਚ ਫਸ ਕੇ ਹਜ਼ਾਰਾਂ ਮੱਖੀਆਂ ਮਰ ਕੇ ਸ਼ਹਿਦ ਬਣਾਉਂਦੀਆਂ ਹਨ, ਇਸਨੇ ਕਿਧਰੇ ਇਹਦੇ ਵਿੱਚ ਫਸ ਕੇ ਆਪਣੇ ਆਪ ਨੂੰ ਗਵਾ ਨਾ ਲਵੇ। ਇਸ ਕਰਕੇ ਇਹਨੂੰ ਕੱਢਣਾ, ਇਹ ਇੰਨਾ ਨਾ ਦੂਰ ਚਲਾ ਜਾਵੇ ਕਿ ਜਿੱਥੋਂ ਆਇਆ ਉਹਨੂੰ ਭੁੱਲ ਨਾ ਜਾਵੇ। ਇਸ ਕਰਕੇ ਗੁਰੂ ਦੇ ਲਾਗੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਗੁਰੂ ਸਾਨੂੰ ਸੰਸਾਰ ਸਾਗਰ ਤੋਂ ਬਾਹਰ ਕੱਢਦੇ ਨੇ, ਸਾਨੂੰ ਬਾਹਰ ਲੈ ਕੇ ਜਾਂਦੇ ਨੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਕਰਨ। ਕਿਵੇਂ ਕੱਢਦੇ ਨੇ ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ ਔਰ ਨਾਲੇ ਗੁਰੂ ਦੇ ਸ਼ਬਦ ਰੂਪੀ ਦਰਪਣ ਵਿੱਚ ਆਪਣੀ ਆਤਮਾ ਮਨ ਰੂਪੀ ਅਕਸਦ ਨੂੰ ਦੇਖਦੇ ਹਾਂ, ਦਰਸ਼ਨ ਕਰਦੇ ਹਾਂ ਵੀ ਅਸੀਂ ਕਿੱਥੇ ਹਾਂ, ਸਾਡਾ ਮਨ ਰੂਪੀ ਚਿਹਰਾ ਕਿਵੇਂ ਦਾ ਹੈ। ਉਹ ਹੁਣ ਗੁਰੂ ਸਾਹਿਬ ਆਪਣੀ ਬਾਣੀ ਦਾ ਦਰਪਣ ਸਾਨੂੰ ਦਿਖਾਉਣ ਲੱਗੇ ਹਨ ਜਾਂ ਦਿਖਾਉਣਗੇ। ਆਸਾ ਮਹੱਲਾ ਤੀਜਾ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ 363 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੈ। ਸ਼ਬਦ ਦੀ ਪੰਕਤੀ ਹੈ, ਕਹਿੰਦੇ ਮਨ ਮੁਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ। ਮਨਮੁਖ ਸ਼ਬਦ ਇੱਥੇ ਵਰਤਿਆ ਤੇ ਇਸ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਕਿਉਂਕਿ ਇਹਦੇ ਨਾਲ ਪੰਕਤੀ ਜੁੜ ਗਈ ਹੈ, ਖਸਮੇ ਕਾ ਮਹਿਲ ਕਦੇ ਨਾ ਪਾਵੇ।
ਜਦੋਂ ਖਸਮ ਦਾ ਨਾਮ ਆਉਂਦਾ ਅਕਾਲ ਪੁਰਖ ਦੇ ਲਈ, ਫਿਰ ਸਾਨੂੰ ਇਸਤਰੀਆਂ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ ਮਹਾਰਾਜ। ਸਾਨੂੰ ਜੀਵ ਇਸਤਰੀ, ਇਕੱਲੀ ਇਸਤਰੀ ਨਹੀਂ, ਜੀਵ ਇਸਤਰੀ ਦੇ ਰੂਪ ਦੇ ਵਿੱਚ ਉਹ ਸ਼ਬਦ ਚੱਲ ਪੈਂਦਾ ਜਦੋਂ ਖਸਮ ਦਾ ਨਾਂ ਆ ਜਾਂਦਾ। ਸੋ ਮਾਲਕ ਰੱਬ ਨੂੰ, ਗੁਰੂ ਨੂੰ, ਵਾਹਿਗੁਰੂ ਨੂੰ ਹੀ ਖਸਮ ਕਹਿੰਦੇ ਨੇ। ਖਸਮ ਲਫ਼ਜ਼ ਜਿਹੜਾ ਇਹ ਕੋਈ ਮਾੜਾ ਨਹੀਂ ਹੈ, ਇੱਕ ਔੜ ਜਿਹਾ ਸ਼ਬਦ ਨਹੀਂ ਹੈ, ਚੰਗਾ ਸ਼ਬਦ ਹੈ, ਬਹੁਤ ਪਿਆਰਾ ਸ਼ਬਦ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਇਸ ਨੂੰ ਵਰਤਿਆ ਹੋਇਆ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਮਨਮੁਖ ਜਿਹੜਾ ਝੂਠੋ ਝੂਠ ਕਮਾਵੇ, ਮਨ ਦੇ ਪਿੱਛੇ ਤੁਰਨ ਵਾਲਾ ਇਨਸਾਨ ਕਦੇ ਵੀ ਸੱਚ ਨੂੰ ਕਮਾਉਂਦਾ ਨਹੀਂ। ਮਨ ਦੇ ਪਿੱਛੇ ਤੁਰਨ ਵਾਲਾ ਜਾਂ ਮਨ ਦੇ ਆਖੇ ਲੱਗ ਕੇ ਚੱਲਣ ਵਾਲਾ ਇਨਸਾਨ ਕਦੇ ਵੀ ਸੱਚ ਨੂੰ ਨਹੀਂ ਕਮਾਵੇਗਾ। ਜੇ ਉਹ ਸੱਚ ਨੂੰ ਨਹੀਂ ਕਮਾਵੇਗਾ ਤਾਂ ਫਿਰ ਨੈਚੁਰਲੀ ਝੂਠ ਨੂੰ ਕਮਾਵੇਗਾ। ਜੇ ਕੋਈ ਬੰਦਾ ਪੈਸਾ ਨਹੀਂ ਕਮਾਵੇਗਾ, ਕੰਮ ਨਹੀਂ ਕਰੇਗਾ, ਤੇ ਨੈਚੁਰਲੀ ਉਸ ਨੂੰ ਨਿਕੰਮਾ ਕਿਹਾ ਦਿੱਤਾ ਜਾਏਗਾ। ਜਿਹੜਾ ਵਿਹਲੜ ਹੈ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਵੀ ਇਹ ਵਿਹਲੜ ਹੈ, ਉਹ ਆਲਰੇਡੀ ਵਿਹਲੜ ਹੀ ਹੈ। ਜਿਹੜਾ ਕੰਮ ਨੂੰ ਹੱਥ ਨਹੀਂ ਲਾਉਂਦਾ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਤੂੰ ਨਿਕੰਮਾ ਹੈ, ਉਹ ਨਿਕੰਮਾ ਹੈ ਹੀ ਹੈ। ਅਤੇ ਜਿਹੜਾ ਮਨ ਦੇ ਪਿੱਛੇ ਲੱਗ ਕੇ ਗੁਰੂ ਨੂੰ ਯਾਦ ਨਹੀਂ ਕਰਦਾ, ਸੱਚ ਨੂੰ ਕਮਾਉਂਦਾ ਨਹੀਂ, ਉਹਨੇ ਝੂਠ ਬੋਲਣਾ ਹੀ। ਕਿਉਂਕਿ ਮਨਮੁਖ ਦੀ ਜਿਹੜੀ ਖੁਰਾਕ ਹੈ ਨਾ, ਖਾਣਾ ਹੈ, ਉਹ ਬਹੁਤ ਗਲਤ ਹੈ। ਉਸਨੇ ਉਸ ਖਾਣੇ ਨੂੰ ਖਾਣ ਦੇ ਲਈ, ਮਨਮੁਖ ਨੇ ਉਸ ਖਾਣੇ ਨੂੰ ਖਾਣ ਦੇ ਲਈ ਕਈ ਜੁਗਤੀਆਂ ਵਰਤਣੀਆਂ ਹਨ। ਜਾਂ ਉਦਾਹਰਨ ਦਿੰਦੇ ਹਾਂ ਕਿਸੇ ਨਸ਼ਈ ਦੀ, ਉਹ ਆਪਣੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਕਈ ਬਹਾਨੇ ਲਾਉਂਦਾ। ਮੈਂ ਦਵਾਈ ਲੈਣੀ, ਮੈਨੂੰ ਪੈਸੇ ਦੇ ਦਿਓ, ਮੈਨੂੰ ਕਿਰਾਇਆ ਚਾਹੀਦਾ, ਮੈਂ ਕਿਧਰੇ ਜਾਣਾ, ਮੈਨੂੰ ਪੈਸੇ ਦੇ ਦਿਓ, ਮੈਨੂੰ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਮੈਨੂੰ ਪੈਸੇ ਦੇ ਦਿਓ। ਉਹਨੇ ਖਾਣਾ ਨਸ਼ਾ ਹੁੰਦਾ। ਉਹ ਝੂਠ ਬੋਲ ਕੇ ਸਾਡੇ ਕੋਲੋਂ ਪੈਸੇ ਦੀ ਮੰਗ ਕਰਦਾ ਔਰ ਇਹ ਵੀ ਕਹਿੰਦਾ ਮੈਂ ਦੁਬਾਰਾ ਵਾਪਸ ਕਰ ਦੇਵਾਂਗਾ। ਮਨਮੁਖ ਝੂਠੋ ਝੂਠ ਕਮਾਵੇ। ਇੱਕ ਤੇ ਉਹ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ, ਇੱਕ ਉਹ ਵੀ ਹੁੰਦੇ ਨੇ ਕਈ ਮੰਗਤੇ ਝੂਠ ਬੋਲ ਕੇ ਸਾਡੇ ਘਰਾਂ ਦੇ ਵਿੱਚ ਆ ਜਾਂਦੇ ਨੇ। ਕੋਈ ਕਹਿੰਦਾ ਉੱਥੇ ਸੇਵਾ ਚੱਲਦੀ ਹੈ, ਕੋਈ ਬੀਬੀਆਂ ਕਹਿੰਦੀਆਂ ਨੇ ਵਿਆਹ ਕਰਨਾ ਅਤੇ ਕੱਪੜੇ ਲੀੜੇ ਦੇ ਦਿਓ। ਠੀਕ ਹੈ ਜੀ, ਉਹ ਦੇਖ ਲੈਂਦੇ ਨੇ ਘਰ ਨੂੰ ਵੀ ਇੱਥੇ ਇੱਕ ਔਰਤ ਰਹਿੰਦੀ ਹੈ, ਇੱਕ ਦੋ ਰਹਿੰਦੀਆਂ ਨੇ, ਅਤੇ ਕਈ ਤਾਂ ਉਦੋਂ ਹੀ ਸੱਦ ਲੈਂਦੇ ਨੇ, ਪਿੱਛੇ ਖੜ੍ਹੇ ਹੁੰਦੇ ਨੇ ਨਾਲ ਜਿਹੜੇ ਉਹਨਾਂ ਲਿਆਂਦੇ ਹੁੰਦੇ ਨੇ, ਉੱਥੇ ਡਾਕਾ ਮਾਰ ਕੇ ਦੇਣਾ ਹੀ ਅਤੇ ਲੁੱਟ ਕੇ ਸਭ ਕੁਝ ਲੈ ਜਾਂਦੇ ਹਨ। ਅੱਜ ਦੇ ਯੁੱਗ ਦੇ ਵਿੱਚ ਇਸ ਚੀਜ਼ਾਂ ਤੋਂ ਸਤਰਕ ਰਹੋ। ਸਾਡੇ ਘਰ ਦੇ ਵਿੱਚ ਸਾਡੇ ਘਰ ਦਾ ਕੁੰਡਾ ਖੜਕਾ ਕੇ ਅੰਦਰ ਵੜ ਜਾਂਦੇ ਨੇ। ਲੋਕਾਂ ਨੂੰ ਪਤਾ ਵੀ ਇਸ ਘਰ ਦੇ ਵਿੱਚ ਜੀ ਥੋੜ੍ਹੇ ਨੇ, ਅਤੇ ਉਹ ਦਿਨ ਦਿਹਾੜੇ ਹੀ ਉਸ ਘਰ ਨੂੰ ਲੁੱਟ ਕੇ ਲੈ ਜਾਂਦੇ ਹਨ। ਉਹਦੇ ਵਿੱਚ ਲੇਡੀਜ਼ ਵੀ ਹਨ, ਉਹਦੇ ਵਿੱਚ ਨੌਜਵਾਨ ਵੀ ਹਨ, ਅਤੇ ਉਹਦੇ ਵਿੱਚ ਜਿਹੜੇ ਨੇ ਭੇਖੀ ਵੀ ਹਨ, ਜਿਹੜੇ ਲੱਗਣੇ ਸਾਨੂੰ ਧਰਮੀ ਨੇ, ਪਰ ਉਹਨਾਂ ਦੀਆਂ ਗੱਲਾਂ ਤੁਸੀਂ ਦੇਖੋਗੇ ਵਾਰੇ ਨਹੀਂ ਆਉਣ ਦਿੰਦੇ। ਇਸ ਕਰਕੇ ਅੱਜ ਦੇ ਯੁੱਗ ਦੇ ਵਿੱਚ ਬਚ ਕੇ ਸ਼ਬਦ ਚੱਲਿਆ ਨਾ, ਮਨਮੁਖ ਝੂਠੋ ਝੂਠ ਕਮਾਵੇ। ਨਸ਼ਈ ਜਿਹਦਾ ਨਸ਼ਾ ਟੁੱਟਿਆ ਹੋਇਆ ਨਾ, ਉਹ 100 ਰੁਪਈਏ ਪਿੱਛੇ ਬੰਦਾ ਮਾਰ ਦਿੰਦਾ। ਇਹ ਯਾਦ ਰੱਖਿਓ। ਘਰਾਂ ਦੇ ਕੁੰਡੇ ਬਗੈਰ ਦੇਖਣ ਤੋਂ, ਬਗੈਰ ਗੱਲ ਤੋਂ ਐਵੇਂ ਨਹੀਂ ਖੋਲ੍ਹ ਦੇਣਾ ਚਾਹੀਦਾ। ਪੁੱਛ ਕੇ ਜਾਣਕਾਰੀ ਹੈ ਤਾਂ ਠੀਕ ਹੈ, ਨਹੀਂ ਤੇ ਨਹੀਂ। ਇੱਕ ਨਹੀਂ ਬਹੁਤ ਉਦਾਹਰਨਾਂ ਹਨ ਜਿਹੜੇ ਗਲਤ ਤਰੀਕੇ ਦੇ ਨਾਲ ਘਰ ਵਿੱਚ ਐਂਟਰ ਕਰਕੇ ਨੁਕਸਾਨ ਕਰ ਦਿੰਦੇ ਹਨ। ਇਹ ਚੀਜ਼ ਤੋਂ ਵੀ ਬਚਣ ਹੈ ਅੱਜ ਦੇ ਸਮੇਂ ਮੁਤਾਬਕ। ਸੋ ਮਨਮੁਖ ਐਸਾ ਕਰਦਾ ਕਿਉਂਕਿ ਉਹ ਮਨ ਦੇ ਪਿੱਛੇ ਜੋ ਲੱਗਦਾ। ਮਨ ਨੇ ਇਹ ਚੀਜ਼ ਦੀ ਇੱਛਾ ਪ੍ਰਗਟ ਕੀਤੀ, ਉਹਨੂੰ ਪੂਰੀ ਕਰਨੀ ਹੈ। ਮਨ ਨੇ ਆਹ ਚਾਹਿਆ, ਉਹ ਪੂਰਾ ਕਰਨਾ। ਇਸ ਕਰਕੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਉਹ ਗਲਤ ਕਰਮ ਕਰਨ ਤੋਂ ਵੀ ਕੋਈ ਗੁਰੇਜ਼ ਨਹੀਂ ਕਰਦਾ। ਧਿਆਨ ਦੇਣਾ। ਸਾਡੇ ਸਮਾਜ ਦੇ ਵਿੱਚ ਅਪਰਾਧ ਪਤਾ ਕਿਉਂ ਵੱਧ ਗਏ ਨੇ? ਕੋਈ ਕਾਨੂੰਨ ਨਹੀਂ ਹੈ। ਤੁਸੀਂ ਦੇਖ ਲੈਣਾ, ਜੇ ਸਾਡੇ ਘਰ ਆ ਕੇ ਕੋਈ ਹੱਥੋਂ ਪਾਈ ਕਰਕੇ ਕੋਈ ਸਾਡੇ ਕੋਲ ਲੁੱਟ ਕੇ ਲੈ ਜਾਂਦਾ, ਤੁਸੀਂ ਉਹਨੂੰ ਦੱਬ ਲਓ, ਫੜ ਲਓ, ਦੱਬ ਲਓ,
तो उन्होंने पुलिस को फड़ा दोगे, ਵੱਧ ਤੋਂ ਵੱਧ की होएगा, ਵੱਧ ਤੋਂ ਵੱਧ की होएगा। उन्होंने थोड़े दिन अंदर रख के फिर छड़ दिता जाएगा। तो जे वो लुट के लै गए तो बंदा सारी जिंदगी उठ नहीं सकता। जे उन्होंने फड़ भी लिया, थोड़ा कुट लेगा बंदा, उन्होंने फड़ भी लिया तो दे के उन्होंने हवाले पुलिस दे, फिर की होएगा। फांसी ते कदी लटकाया देखिया कोई जिहड़ा चोर है? कदी भी नहीं। तो जे उन्हें हाथ साफ कर दिता तो साडा वड्डा नुकसान कर देना, तो जे उन्होंने फड़ा भी दिता तां भी कख नहीं बनना। इत्थे तो जिन्होंने मर्डर किए ने वह नहीं कुछ बनता, किसी ने वड़ टुक दिता वह कुछ नहीं बनता। तो जे साडे घर चोर नूं फड़ भी लवांगे तां भी कख नहीं बनना। इस करके गठड़ी अपनी संभाल, तैनूं चोर नाल की अपने घर की आप ही राखी करनी बनती है। मनमुख ने नहीं छड़ना। मनमुख जिहड़ा है, मनमुख झूठो झूठ कमावे, उसने साडे डाका मारना ही मारना है। कल्ले पैसे धन की गल नहीं, हुण मनमुख ने साडे विचारां ते भी डाका मारना। ध्यान देना, जे असीं मनमुख की संगत कर लई तो मनमुख ने इदां दी गल कहनी है, साडे पवित्र विचारां नूं उन्हें खराब कर देना। खराब कर देता ना। मनमुख बंदे ने एवें इधर उधर दियां झूठियां गल्लां सानूं सुना के साडी ऐसी शांति भंग करनी, असीं घर जाके उहदियां गल्लां बारे सोची जाना भी वो तो आ कह गया, वो तो आ कह गया, वो तो आ कह गया। इस करके महाराज जी ने कहते मनमुख सागर तो दूर ही रहो, ये कोल ना बैठो, तुहाडी शांति नूं तुहाडे विचारां नूं मैले कर देवेगा। वो झूठा है, तुहानूं भी झूठा बना देवेगा। आप वो कलंकित है, सानूं भी कलंकित कर देगा। किहदे राहीं? विचारां राहीं, अपनी जबान राहीं। ध्यान देना, कदी तुसीं देखो ऐसी कोई गल कह दिंदा, वो सारी दिन साडे अंदर चलदी कि नहीं? अंदर जाओ तां भी होई गल, किधरे रिश्तेदारां दे जाओ सफ़र करो तां भी होई गल, पिछा ही नहीं छड़दी। इहदा मतलब है ये सही कहंदे ने महाराज, मनमुख झूठो झूठ कमावै, खसमे का महल कदे ना पावै। वो अपने मालक तक नहीं पहुँच सकता। मनमुख बंदा ते बाणी विच लिखिया है, वो मालक तक की पहुँचना, वो अपने तक नहीं पहुँच सकता। उन्हें अपने परिवार का, बच्चों का, समाज का की भला करना है, वो अपना भला नहीं कर सकता। इस करके मनमुख नूं बाणी दे विच बहुत बुरा आख्या। तो मनमुख उसनूं कहंदे ने जिहड़ा मन की गल मनदा है, गुरु की गल नहीं मनदा। जे असीं मनमुख की डेफिनेशन देन लगीए तो फिर असीं सारिਆਂ ने विच आ जाना, सारिਆਂ ने विच आ जाना। मन कहंदा खा लिया, मन कहंदा नहीं खाना, नहीं खादा। मन कहंदा सवेरे उठ पै, मन कहंदा सवेरे नहीं उठना। मन कहंदा गुरु घर चल जा, मन कहंदा नहीं जाना। तो फिर अज मेरा मन नहीं किया, अज मैं तां नहीं ये काम किया। तो तैनूं जिहड़ा गुरु कहंदा सी करना ते ओह सी। गुर कहे आसा कार कमावो, गुर कहे आसा कार कमावो, गुर की करनी काहे धावो। तू करना तो वो सी, जो गुर कहे सोई भल मीठा। करना वो सी जिहड़ा गुरु ने कहना सी, कि वो करना सी जिहड़ा मन ने कहना सी। मन 24 घंटे दे विच कदे कदे चंगी सलाह दिंदा, सदा नहीं। 24 घंटे दे विचों 24 घंटे मन सही सलाह कदे भी नहीं देगा, क्योंकि असी ब्रह्म ज्ञानी महापुरख ते अजे बने नहीं भी जिहड़ा मन सानू हर वेले पॉजिटिव ही रखे। मन ने सानू कई तरह दियां गलत सलाह भी देनियां हन। फिर जदों गलत सलाह मन ने लै लई ते की बन गया? मनमुख। गुरमुख लाहा लै गए, मनमुख चले मूल गवाए जियो। मनमुख बाजी हार के जांदा है। सो खसमे का महल कदे ना पावे। उसनों मालक नहीं कदी मिलता, परमात्मा नहीं कदी मिलता, उन्होंने अपनी मंजिल नहीं कदी मिलती, उन्होंने टिकाणा नहीं कदे मिलता, उन्होंने आसरा नहीं कदे मिलता। खसमे का महल कदे ना पावे, वो घर नहीं मिलता मनमुख नूं, वो दूर ही रहिंदा है, वो दूर ही रहिंदा है। दूजे लगी भरम भुलाए, भुलावे ममता वाधा आवे जाए। माया दे विच फसी हुई जीव इस्त्री जां जीव आत्मा जां मनमुख
ਪਾਤਸ਼ਾਹ ਜੀ ਕਹਿੰਦੇ ਆਪਣੇ ਮਨ ਦੇ ਮਗਰ ਲੱਗ ਕੇ ਕੁਰਾਹੇ ਜਾਂ ਭਰਮ ਦੇ ਵਿੱਚ ਪਿਆ ਰਹਿੰਦਾ ਜਾਂ ਪਈ ਰਹਿੰਦੀ ਹੈ ਮਨਮੁਖ। ਇਹ ਦੂਸਰੇ ਦੇ ਉੱਪਰ ਧਿਆਨ ਲਗਾਉਂਦਾ ਤੇ ਉਹ ਧਿਆਨ ਇਸ ਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ। ਦੂਸਰੇ ਤੇ ਜ਼ਿਆਦਾ ਧਿਆਨ ਦੇਣਾ ਆਪਣੇ ਆਪ ਚੋਂ ਗਵਾਚ ਜਾਣਾ। ਦੂਜੇ ਲੱਗੀ ਭਰਮ ਭੁਲਾਵੇ। ਸੋ ਜਿਹੜਾ ਦੂਜਿਆਂ ਦੇ ਨਾਲ ਹਮੇਸ਼ਾ ਆਪਣਾ ਮਨ ਲਾਈ ਰੱਖਦਾ, ਮਤਲਬ ਦੂਜੀ ਚੀਜ਼ ਕੋਈ ਇਨਸਾਨ ਵੀ ਹੋ ਸਕਦਾ, ਪਦਾਰਥ ਵੀ ਹੋ ਸਕਦਾ, ਉਹ ਹਮੇਸ਼ਾ ਭਟਕਣਾ ਦੇ ਵਿੱਚ ਤੇ ਭਰਮ ਦੇ ਵਿੱਚ ਪਿਆ ਰਹਿੰਦਾ। ਜਿਹੜਾ ਗੁਰੂ ਦੇ ਨਾਲ, ਜਿਹੜਾ ਗੁਰੂ ਦੇ ਲੜ ਲੱਗਦਾ, ਗੁਰੂ ਦੇ ਨਾਲ ਆਪਣਾ ਮਨ ਲਾਉਂਦਾ, ਗੁਰੂ ਉਹਦਾ ਭਰਮ ਦੂਰ ਕਰਦਾ। ਜਿਹੜਾ ਗੁਰੂ ਤੋਂ ਛੁੱਟ, ਗੁਰੂ ਤੋਂ ਤੋੜ ਕੇ ਸੰਸਾਰ ਦੇ ਨਾਲ ਮਨ ਲਾਉਂਦਾ, ਉਹ ਭਰਮਾਂ ਵਿੱਚ ਪੈ ਜਾਂਦਾ। ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ। ਜਬ ਦੇ ਦਰਸ਼ਨ ਪਾਇਆ। ਤੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਭਰਮ ਦੂਰ ਹੁੰਦਾ ਤੇ ਸੰਸਾਰ ਦੇ ਨਾਲ ਚਿੱਤ ਲਾਉਣ ਦੇ ਨਾਲ ਭਰਮ ਦੇ ਵਿੱਚ ਵਾਧਾ ਹੁੰਦਾ। ਭਰਮ ਬੜੀ ਭੈੜੀ ਚੀਜ਼ ਹੈ। ਵਹਿਮ ਭਰਮ ਵੀ ਐਸੀ ਕਹਿ ਦਿੰਦੇ। ਵਹਿਮ ਦਾ ਦੂਜਾ ਰੂਪ ਵੀ ਭਰਮ ਹੈ। ਵਹਿਮ ਤੇ ਭਰਮ ਦਾ ਇਲਾਜ ਡਾਕਟਰ ਦੀ ਗੋਲੀ ਜਾਂ ਇੰਜੈਕਸ਼ਨ ਨਾਲ ਕਦੇ ਵੀ ਨਹੀਂ ਹੁੰਦਾ। ਵਹਿਮ ਤੇ ਭਰਮ ਦਾ ਬੰਦਾ ਜਿਹੜਾ ਨਾ, ਉਹ ਡਿਪਰੈਸ਼ਨ ਦੇ ਵਿੱਚ ਜਾਂਦਾ, ਜਿਹਨੂੰ ਅੱਜ ਕੱਲ੍ਹ ਬਿਮਾਰੀ ਕਹਿੰਦੇ ਹਾਂ ਡਿਪਰੈਸ਼ਨ, ਜਿਹਨੂੰ ਅਸੀਂ ਟੈਨਸ਼ਨ ਵੀ ਕਹਿੰਦੇ ਹਾਂ, ਜਾਂ ਪੰਜਾਬੀ ਵਿੱਚ ਕਹਿੰਦੇ ਹਾਂ ਮਾਨਸਿਕ ਰੋਗੀ। ਵਹਿਮੀ ਤੇ ਭਰਮ ਵਾਲਾ ਬੰਦਾ ਮਾਨਸਿਕ ਰੋਗੀ ਬਣਦਾ। ਉਹ ਵਹਿਮ ਦੇ ਵਿੱਚ ਪਿਆ ਹੋਇਆ, ਭਰਮ ਦੇ ਵਿੱਚ ਪਿਆ ਪਿਆ ਐਵੇਂ ਸੋਚੀ ਜਾਂਦਾ, ਸੋਚੀ ਜਾਂਦਾ, ਸੋਚੀ ਜਾਂਦਾ। ਉਹਦਾ ਜਿਹੜਾ ਮਾਈਂਡ ਜਾਂ ਦਿਮਾਗ ਹੁੰਦਾ, ਉਹ ਉਸ ਚੀਜ਼ ਵੱਲ ਹੀ ਲੱਗ ਜਾਂਦਾ। ਮੁੜ ਮੁੜ ਉੱਧਰ ਜਾ ਜਾ ਕੇ ਕਈ ਵਾਰੀ ਸੁਪਨੇ ਵਿੱਚ ਵੀ ਉਹੀ ਚੀਜ਼ਾਂ ਬੋਲੀ ਜਾਂਦਾ। ਤੇ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਇਹਦੇ ਦਿਮਾਗ ਵਿੱਚ ਫਰਕ ਪੈ ਗਿਆ। ਉਹ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ। ਇਸ ਕਰਕੇ ਵਹਿਮ ਤੇ ਭਰਮ, ਵਹਿਮ ਤੇ ਭਰਮ ਇਹ ਵੀ ਇੱਕ ਵਿਸ਼ਾ। ਵੈਸੇ ਇਹ ਬੱਚਿਆਂ ਦੀ ਕਲਾਸ ਦੇ ਵਿੱਚ ਅਸੀਂ ਸੁਣਾਇਆ ਸੀ, ਬੜਾ ਪਿਆਰਾ ਵਿਸ਼ਾ ਬਣਿਆ ਸੀ। ਸੋ ਮਹਾਰਾਜ ਜੀ ਕਹਿੰਦੇ ਨੇ ਦੂਜੇ ਲੱਗੀ ਭਰਮ ਭੁਲਾਵੇ। ਵਹਿਮ ਭਰਮ ਦੇ ਵਿੱਚ ਉਹ ਬੰਦਾ ਪਿਆ ਰਹੇਗਾ ਜਿਹੜਾ ਸੰਸਾਰ ਦੇ ਨਾਲ ਜ਼ਿਆਦਾ ਜੁੜ ਕੇ ਰਹੇਗਾ। ਸੰਸਾਰ ਦੇ ਨਾਲ ਆਪਣੇ ਕੰਮ ਕਾਜ ਕਰਕੇ ਜੁੜਨਾ, ਐਵੇਂ ਨਹੀਂ ਜੁੜਨਾ। ਸੰਸਾਰ ਦੇ ਵਿੱਚ ਫਰਜ਼ ਅਦਾ ਕਰਨ ਦੇ ਲਈ, ਫਰਜ਼ ਕੰਮ ਹੋਵੇ ਤੇ ਕਿਸੇ ਦੇ ਘਰ ਜਾਣਾ, ਐਵੇਂ ਨਹੀਂ। ਤੇ ਫਰਜ਼ਾਂ ਨੂੰ ਅਦਾ ਕਰਨ ਦੇ ਲਈ ਸਮਾਜ ਵਿੱਚ ਵਿਚਰਨਾ, ਕਿਸੇ ਦੇ ਦੁੱਖ ਵਿੱਚ, ਕਿਸੇ ਦੇ ਸੁੱਖ ਵਿੱਚ ਜਾਣਾ, ਐਵੇਂ ਨਹੀਂ। ਨਹੀਂ ਤੇ ਐਵੇਂ ਹੀ ਬੰਦਾ ਸੰਸਾਰ ਵਿੱਚ ਲੱਗਿਆ ਰਹੇਗਾ, ਭਰਮ ਪੈਣਗੇ। ਸੋ ਗੁਰੂ ਅਮਰਦਾਸ ਜੀ ਸਾਨੂੰ ਦੱਸ ਰਹੇ ਨੇ ਮਮਤਾ ਵਾਧਾ ਆਵੇ ਜਾਵੇ। ਸੋ ਬਸ ਜਦੋਂ ਸੰਸਾਰ ਦੇ ਨਾਲ ਲੱਗਿਆ ਫਿਰ ਬੰਧਨ ਪੈ ਜਾਂਦੇ ਨੇ, ਬੰਧਨ ਪੈ ਜਾਂਦੇ। ਤੇ ਬੰਧਨਾਂ ਦੇ ਵਿੱਚ ਜਕੜਿਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਆਵੇ ਜਾਵੇ। ਉਹ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ, ਆਉਂਦਾ ਜਾਂਦਾ। ਦੁਹਾਗਣੀ ਕਾ ਮਨ ਦੇਖ ਸ਼ਿੰਗਾਰ। ਦੁਹਾਗਣੀ ਕਾ, ਦੁਹਾਗਣੀ ਦਾ ਮਤਲਬ ਮੰਦ ਭਾਗਣ। ਮੰਦ ਭਾਗਣ ਉਹ ਇਸਤਰੀ ਜਿਹੜੀ ਪਤੀ ਵੱਲੋਂ ਛੱਡ ਦਿੱਤੀ ਜਾਂਦੀ ਹੈ। ਦੁਹਾਗਣੀ ਬਾਣੀ ਵਿੱਚ ਉਹਨੂੰ ਕਿਹਾ। ਸੁਹਾਗਣੀ ਲਿਖਿਆ ਇੱਕ ਬਾਣੀ ਵਿੱਚ, ਇੱਕ ਦੁਹਾਗਣੀ ਲਿਖਿਆ। ਇੱਕ ਸੁਹਾਗਣ, ਇੱਕ ਦੁਹਾਗਣ। ਸੁਹਾਗਣ ਉਹ ਹੈ ਜਿਹੜੀ ਆਪਣੇ ਸਹੁਰੇ ਘਰ ਆਪਣੇ ਗੁਨਾਹ ਕਰਕੇ ਵਸਦੀ ਹੈ। ਤੇ ਦੁਹਾਗਣ ਉਹ ਹੈ ਜਿਸ ਨੂੰ ਛੱਡ ਦਿੱਤਾ ਜਾਂਦਾ ਹੈ, ਜਿਸ ਨੂੰ ਆਪਣੇ ਮੁੜ ਘਰ ਭੇਜ ਦਿੱਤਾ ਜਾਂਦਾ ਹੈ। ਤੇ ਉਸ ਨੂੰ ਕਹਿੰਦੇ ਨੇ ਵੀ ਉਹ ਦੁਹਾਗਣ ਜਿਹੜੀ ਹੈ, ਉਹ ਦੁਹਾਗਣ ਛੱਡੀ ਹੋਈ ਇਸਤਰੀ ਦੀ ਉਦਾਹਰਨ ਦਿੱਤੀ ਹੈ। ਉਸ ਦਾ ਸ਼ਿੰਗਾਰ ਕੀ ਕਹੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਆਪਣੇ ਮਾਲਕ ਤੋਂ ਟੁੱਟੇ ਹੋਏ ਆ, ਅਸੀਂ ਜੀਵ ਇਸਤਰੀਆਂ ਹਾਂ ਨਾ, ਅਸੀਂ ਜੇ ਗੁਰੂ ਦੇ ਨਾਲ ਜੁੜ ਕੇ, ਗੁਰੂ ਦੇ ਨਾਲ ਆਪਣਾ ਨਾਤਾ ਨਾ ਜੋੜ ਕੇ, ਤੋੜ ਕੇ ਆਪਣੇ ਪੇਕੇ ਘਰ ਹੀ ਬੈਠੇ ਰਹੇ ਤੇ ਪੇਕੇ ਘਰ ਉਹ ਕਹੇ ਵੀ ਮੈਂ ਹੁਣ ਸੁਹਾਗਣ ਬਣ ਕੇ ਰਵਾਂ, ਤੇ ਇੱਦਾਂ ਗੱਲ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ। ਇਹ ਨਿਰਾ ਪਖੰਡ ਹੋਏਗਾ। ਇਹਦਾ ਅਰਥ ਪਤਾ ਕੀ ਹੈ?
ਜਿਹੜਾ ਗੁਰੂ ਨਾਲ ਪਿਆਰ ਨਹੀਂ ਕਰਦਾ, ਗੁਰੂ ਤੋਂ ਦੂਰ ਹੈ, ਪਰ ਆਪਣੇ ਆਪ ਨੂੰ ਬਹੁਤ ਧਰਮੀ ਅਖਵਾਉਂਦਾ, ਸੋਹਣਾ ਧਰਮੀਆਂ ਵਾਲਾ ਬਾਣਾ ਵੀ ਪਾ ਕੇ ਰੱਖਦਾ ਅਤੇ ਸੋਹਣੀਆਂ ਧਰਮ ਦੀਆਂ ਕੱਲੀਆਂ ਗੱਲਾਂ ਹੀ ਕਰਦਾ ਅਤੇ ਦਿਖਾਵੇ ਲਈ ਉਹ ਕਰਮਕਾਂਡ ਵੀ ਕਰ ਦਿੰਦਾ। ਅਤੇ ਮਹਾਰਾਜ ਜੀ ਕਹਿੰਦੇ ਇਹ ਤੇਰੇ ਕਰਮ ਕਾਂਡ, ਤੇਰੇ ਕਰਮ ਦੇ ਇੱਦਾਂ ਜਿਵੇਂ ਛੱਡੀ ਹੋਈ ਇਸਤਰੀ ਦਾ ਉਹਦੇ ਪੇਕੇ ਘਰ ਸ਼ਿੰਗਾਰ। ਆਹ ਮਹਾਰਾਜ ਜੀ ਨੇ ਕਿਹਾ ਜਿਹੜਾ ਦਿਖਾਵੇ ਵਾਲਾ ਹੀ ਕੋਈ ਸਿੱਖ ਹੈ, ਠੀਕ ਹੈ ਜੀ, ਕੇਵਲ ਦਿਖਾਵਾ ਹੀ ਕਰਦਾ ਹੈ, ਗੱਲਾਂ ਹੀ ਕਰਦਾ ਕੇਵਲ, ਅਤੇ ਗੁਰੂ ਦੇ ਨਾਲ ਪੂਰਨ ਤੌਰ 'ਤੇ ਜੁੜਿਆ ਨਹੀਂ, ਉਹਦਾ ਮਹਾਰਾਜ ਜੀ ਕਹਿੰਦੇ ਉਹਦਾ ਬਾਣਾ, ਉਹਦੇ ਬੋਲ, ਉਹ ਤਾਂ ਇੱਕ ਛੱਡੀ ਹੋਈ ਇਸਤਰੀ ਦੇ ਵਾਂਗ ਹੈ। ਉਹ ਸੁਹਾਗਣ ਨਹੀਂ ਹੁੰਦੀ, ਉਹ ਦੁਹਾਗਣ ਹੁੰਦੀ ਹੈ। ਦੁਹਾਗਣੀ ਕਾ ਮਨ ਦੇਖ ਸ਼ਿੰਗਾਰ, ਪੁੱਤਰ ਕਲਤ ਧਨ ਮਾਇਆ ਚਿਤ ਲਾਏ, ਝੂਠ ਮੋਹ ਪਖੰਡ ਵਿਕਾਰ ਰਹੋ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਕੇਵਲ ਰਿਸ਼ਤਿਆਂ ਨੂੰ ਹੀ ਸਭ ਕੁਝ ਸਮਝ ਕੇ ਬੈਠਾ, ਨਾਤਿਆਂ ਨੂੰ ਹੀ ਸਮਝ ਕੇ ਬੈਠਾ, ਪੁੱਤਰ ਕਲਤ ਧਨ ਮਾਇਆ ਚਿਤ ਲਾਏ, ਝੂਠ ਮੋਹ ਪਖੰਡ ਵਿਕਾਰ। ਜਿਸ ਨੇ ਆਪਣੇ ਧਨ ਨੂੰ, ਜਿਸ ਨੇ ਆਪਣੇ ਪਰਿਵਾਰ ਨੂੰ ਹੀ ਸਭ ਕੁਝ ਸਮਝਿਆ ਹੋਇਆ, ਮਹਾਰਾਜ ਜੀ ਕਹਿੰਦੇ ਉਹਦਾ ਇਹ ਸਾਰਾ ਕੁਝ ਸੋਚਣਾ ਕਰਨਾ ਵਿਅਰਥ ਹੈ। ਸੰਸਾਰ ਦਾ ਮੋਹ ਹੀ ਸਭ ਕੁਝ ਨਹੀਂ ਹੈ, ਪਰਮਾਤਮਾ ਦੇ ਨਾਲ ਪ੍ਰੇਮ ਬਹੁਤ ਕੁਝ ਹੈ। ਬੜੀ ਵਾਰੀ ਸਰਵਣ ਆਪਾਂ ਕੀਤਾ, ਸੰਸਾਰ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਫਰਜ਼ ਨਿਭਾਉਂਦੇ ਹਾਂ, ਫਰਜ਼ ਅਦਾ ਕਰਦੇ ਹਾਂ। ਮਾਪੇ ਆਪਣੇ ਧੀਆਂ ਪੁੱਤਰਾਂ ਪ੍ਰਤੀ, ਪਰਿਵਾਰ ਪ੍ਰਤੀ, ਅਤੇ ਬੱਚੇ ਆਪਣੇ ਮਾਂ ਬਾਪ ਪ੍ਰਤੀ ਜਾਂ ਹੋਰ ਰਿਸ਼ਤੇਦਾਰੀਆਂ ਨਿਭਾਉਂਦੇ ਹਨ ਉਹਨਾਂ ਪ੍ਰਤੀ। ਇਹ ਤਾਂ ਸਾਡੇ ਫਰਜ਼ ਨੇ, ਇਹ ਨਿਭਾਉਣੇ ਚਾਹੀਦੇ ਨੇ, ਇਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ। ਪਰ ਮਹਾਰਾਜ ਜੀ ਕਹਿੰਦੇ ਜੇਕਰ ਤੂੰ ਇਹਨਾਂ ਫਰਜ਼ਾਂ ਨੂੰ ਹੀ ਇਹ ਮੰਨ ਲੈ ਵੀ ਮੇਰੇ ਜੀਵਨ ਦਾ ਪ੍ਰਯੋਜਨ ਮਕਸਦ ਹੀ ਇਹ ਹੈ, ਅਤੇ ਫਿਰ ਇਹ ਗੱਲ ਜਿਹੜੀ ਹੈ, ਇਹ ਗੱਲ ਵਾਜਬ ਨਹੀਂ ਹੈ, ਠੀਕ ਨਹੀਂ ਹੈ। ਸੋ ਪੁੱਤਰ ਕਲਤ ਧਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ। ਇਹ ਸਾਰੇ ਕੁਝ ਪਖੰਡ ਨੇ, ਇਹ ਸਾਰਾ ਕੁਝ ਵਿਅਰਥ ਹੈ। ਮਾਇਆ ਲਗ ਭੁੱਲੋ ਸੰਸਾਰ, ਜੇਕਰ ਸੰਸਾਰ ਨੂੰ ਲੱਗ ਕੇ, ਸੰਸਾਰ ਵਿੱਚ ਲੱਗ ਕੇ, ਜੇ ਦਾਤਾਂ ਵਿੱਚ ਲੱਗ ਕੇ ਦਾਤੇ ਨੂੰ ਭੁੱਲੇਗਾ ਤੇ ਮਹਾਰਾਜ ਜੀ ਕਹਿੰਦੇ ਸਭ ਕੁਝ ਵਿਅਰਥ ਹੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੰਸਾਰ ਦੀਆਂ ਵਸਤਾਂ ਵਿੱਚ, ਸੰਸਾਰ ਦੇ ਪਦਾਰਥਾਂ ਵਿੱਚ ਲੱਗ ਕੇ ਪਿਤਾ ਨੂੰ, ਪਰਮਾਤਮਾ ਨੂੰ ਭੁੱਲਣਾ ਸਭ ਕੁਝ ਪਖੰਡ ਹੈ ਅਤੇ ਸਭ ਕੁਝ ਤੇਰਾ ਕੀਤਾ ਮਹਾਰਾਜ ਜੀ ਕਹਿੰਦੇ ਕੇਵਲ ਬੇਕਾਰ ਹੈ। ਇੱਕ ਇਸ ਤਰ੍ਹਾਂ ਦੀ ਭਾਵਨਾ ਹੈ। ਸਦਾ ਸੁਹਾਗਣ ਜੋ ਪ੍ਰਭ ਭਾਵੈ। ਜਿਹੜੀ ਜੀਵ ਇਸਤਰੀ ਜਿਹੜੀ ਆਪਣੇ ਮਾਲਕ ਨੂੰ ਚੰਗੀ ਲੱਗਦੀ ਹੈ ਉਹਨੂੰ ਹੀ ਸੁਹਾਗਣ ਕਹਿੰਦੇ ਨੇ, ਉਹਨੂੰ ਹੀ ਭਾਗਾਂ ਵਾਲੀ ਕਹਿੰਦੇ ਨੇ। ਆਪਣੇ ਕੰਤ ਪਿਆਰੀ ਸਾ ਸੁਹਾਗਣ, ਆਪਣੇ ਕੰਤ ਪਿਆਰੀ ਸਾ ਸੁਹਾਗਣ। ਜਿਹੜੀ ਆਪਣੇ ਪਤੀ ਨੂੰ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ, ਮਹਾਰਾਜ ਜੀ ਕਹਿੰਦੇ ਉਹ ਇਸਤਰੀ ਸੁਹਾਗਣ ਨਹੀਂ ਹੁੰਦੀ। ਜਿਹੜਾ ਜੀਵ, ਜਿਹੜਾ ਦਾਸ, ਜਿਹੜਾ ਰੱਬ ਦਾ ਪਿਆਰਾ ਰੱਬ ਨੂੰ ਭਾਵੇ ਨਾ ਤੇ ਉਹਦਾ ਘਰ ਵਸਿਆ ਨਹੀਂ ਹੁੰਦਾ, ਉਹਦਾ ਘਰ ਸੋਹਣਾ ਨਹੀਂ ਹੁੰਦਾ। ਜਿਹੜਾ ਆਪਣੇ ਗੁਰੂ ਨੂੰ ਚੰਗਾ ਲੱਗਦਾ ਉਹਦੀ ਭਾਵੇਂ ਕੱਖਾਂ ਦੀ ਖੁੱਲੀ ਹੋਵੇ, ਗੁਰੂ ਕੱਖਾਂ ਦੀ ਖੁੱਲੀ ਵਾਲੇ ਨੂੰ ਵੀ ਪਸੰਦ ਕਰਦਾ। ਉਸ ਨੂੰ ਹੀ ਮਹਾਰਾਜ ਜੀ ਕਹਿੰਦੇ ਨੇ ਵੀ ਇਹ ਵਸਿਆ ਹੋਇਆ, ਉਹਦਾ ਘਰ ਵਸਿਆ ਹੋਇਆ। ਸਦਾ ਸੁਹਾਗਣ ਜੋ ਪ੍ਰਭ ਭਾਵੈ, ਗੁਰ ਸ਼ਬਦੀ ਸ਼ਿੰਗਾਰ ਬਣਾਵੈ। ਉਹ ਗੁਰੂ ਦੇ ਸ਼ਬਦ ਰਾਹੀਂ ਆਪਣੀ ਆਤਮਾ ਨੂੰ ਸੋਹਣਾ ਬਣਾਉਂਦਾ ਹੈ, ਸ਼ਿੰਗਾਰਦਾ। ਉਹ ਆਪਣੀ ਆਤਮਾ ਨੂੰ ਸ਼ਿੰਗਾਰਦਾ। ਦੇਖੋ ਬਾਹਰਲੇ ਤਨ ਨੂੰ ਸ਼ਿੰਗਾਰਨ ਦੇ ਲਈ ਅਸੀਂ ਕਿੰਨਾ ਕਿੰਨਾ ਸਮਾਂ ਲਾ ਦਿੰਦੇ ਹਾਂ। ਬਾਹਰਲੇ ਤਨ ਨੂੰ ਸ਼ਿੰਗਾਰਨ ਦੇ ਲਈ ਕਿੰਨੀਆਂ ਕਿੰਨੀਆਂ ਮਹਿੰਗੀਆਂ ਚੀਜ਼ਾਂ ਦਾ ਅਸੀਂ ਤਨ ਲਈ ਇਸਤੇਮਾਲ ਕਰਦੇ ਹਾਂ, ਵਸਤਰਾਂ ਦਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ, ਲੇਡੀਜ਼ ਔਰ ਜੈਂਟਸ ਦੀਆਂ। ਗੁਰ ਸ਼ਬਦੀ ਸ਼ਿੰਗਾਰ ਬਣਾਵੇ। ਅੱਗੇ ਵੀ ਪੰਕਤੀਆਂ ਅਸੀਂ ਪੜ੍ਹ ਚੁੱਕੇ ਹਾਂ ਵੀ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਆ ਹੈ ਨਾਨਕਾ ਸੇ ਤਨ ਹੋਵੇ ਛਾਰ।
ਜਿੰਨਾ ਵੀ ਸਰੀਰ ਨੂੰ ਸੋਹਣਾ ਜਾਂ ਸੁਨੱਖਾ ਬਣਾਉਣ ਦੇ ਲਈ ਜਿੰਨੇ ਵੀ ਸਾਧਨ, ਜਿੰਨੀਆਂ ਵੀ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਮਹਾਰਾਜ ਜੀ ਕਹਿੰਦੇ ਨੇ ਇਹ ਉਸ ਨਿਰੰਕਾਰ ਰੱਬ ਦੇ ਲਈ ਵਿਅਰਥ ਹੈ। ਆਪਣੇ ਤਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਆਪਣੀ ਤੰਦਰੁਸਤੀ ਦੇ ਲਈ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਤਨ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਪਰ ਜੇ ਕੋਈ ਇੰਜ ਕਹੇ, ਬਾਣੀ ਦੇ ਵਿੱਚ ਸਭ ਕੁਝ ਲਿਖਿਆ, ਜੇ ਹੁਣ ਮੈਂ ਪੱਗ ਬਣਦਾ ਤੇ ਬਾਬੇ ਫਰੀਦ ਜੀ ਨੇ ਸਾਡੀ ਪੱਗ ਬਾਰੇ ਵੀ ਦੱਸ ਦਿੱਤਾ, ਭਗਤਾਂ ਨੇ ਸਾਡੀ ਪੱਗ ਬਾਰੇ ਵੀ ਦੱਸ ਦਿੱਤਾ ਹੈ ਵੀ ਉਹ ਸਾਖੀ ਵੀ ਆਉਂਦੀ ਹੈ ਵੀ ਉਹ ਨੌਜਵਾਨ ਦਸਤਾਰ ਪੱਗ ਬਣਦਾ ਸੀ ਜਦੋਂ ਭਗਤ ਕਬੀਰ ਜੀ ਜਾਂਦੇ ਸੀ ਸੈਰ ਕਰਨ ਦੇ ਲਈ, ਉਦੋਂ ਵੀ ਉਹਨੂੰ ਲੱਗਿਆ ਹੁੰਦਾ ਸੀ, ਅਤੇ ਜਦੋਂ ਵਾਪਸ ਆਉਂਦੇ ਸੀ ਉਹਨੂੰ ਵੀ ਲੱਗਿਆ ਹੁੰਦਾ, ਉਦੋਂ ਵੀ ਲੱਗਿਆ ਹੁੰਦਾ ਸੀ। 3-3 ਘੰਟੇ 4-4 ਘੰਟੇ ਪੱਗ ਨੂੰ ਹੀ ਲਾ ਦਿੰਦਾ ਸੀ। ਅਤੇ ਬਾਣੀ ਵਿੱਚ ਲਿਖਿਆ, ਜੈ ਸਿਰ ਰਚ ਰਚ ਬੰਧਤ ਪਾਗ। ਜੈ ਸਿਰ, ਜਿਹੜੇ ਸਿਰ ਦੇ ਉੱਪਰ, ਜੈ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ। ਕਿਉਂਕਿ ਇਹ ਉਹਨਾਂ ਦੇ ਲਈ ਕਿਹਾ, ਕਿਉਂਕਿ ਮੁਸਲਮਾਨ ਜਿਹੜੇ ਸੀ ਉਹ ਵੀ ਪੱਗਾਂ ਬੰਨ੍ਹਦੇ ਹੁੰਦੇ ਸੀ। ਧਿਆਨ ਦੇਣਾ, ਇਕੱਲੇ ਸਿੱਖ ਨਹੀਂ ਬਣਦੇ। ਅਤੇ ਉਹਨਾਂ ਨੂੰ ਦਫਨ ਕੀਤਾ ਜਾਂਦਾ ਸੀ, ਅਤੇ ਜਿਹੜਾ ਕਈ ਵਾਰ ਉਹਨਾਂ ਦੇ ਪਿੰਜਰ ਬਾਹਰ ਆ ਜਾਂਦੇ ਸੀ ਮਿੱਟੀ ਤੋਂ, ਅਤੇ ਉਹਨਾਂ ਦੇ ਖੋਪਰੀ ਜਿਹੜੀ ਸੀ, ਜੈ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਝ, ਚੁੰਝ ਮਤਲਬ ਚੁੰਝ, ਕਾਂ, ਸੋ ਸਿਰ ਚੁੰਚ ਸਵਾਰੇ ਕਾਗ। ਕਾਂ ਜਿਹੜੇ ਨੇ ਉਹਨੂੰ ਚੁੰਝਾਂ ਮਾਰ ਮਾਰ ਕੇ ਮਾਸ ਨੋਚ ਲੈਂਦੇ ਸੀ, ਅਤੇ ਪੰਛੀ ਉਹਦੇ ਵਿੱਚ ਆਲਣਾ ਵੀ ਪਾ ਲੈਂਦੇ ਸੀ। ਅਤੇ ਭਗਤ ਜੀ ਕਹਿੰਦੇ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦਲੜਈਆ। ਇਸ ਕਰਕੇ ਕੇਵਲ ਸਰੀਰ ਵੱਲ ਹੀ ਦੇਖੀ ਜਾਣਾ, ਸਰੀਰ ਵੱਲ ਹੀ ਦੇਖੀ ਜਾਣਾ, ਨੁਕਸ ਪੈ ਜਾਂਦੇ ਨੇ ਸਰੀਰ 'ਚ। ਧਿਆਨ ਦੇਣਾ, ਸਰੀਰ ਵਿੱਚ ਖਰਾਬੀ ਪੈ ਜਾਂਦੀ ਹੈ। ਕਿਸੇ ਨੂੰ ਤੁਸੀਂ ਦੇਖੀ ਜਾਓ ਵੀ ਮੈਂ ਹੁਣ ਮੋਟਾ ਨਹੀਂ ਹੋ ਰਿਹਾ, ਪਤਲਾ ਹੀ ਹਾਂ, ਜਾਂ ਮੈਂ ਮੋਟਾ ਵਾਂ ਪਤਲਾ ਨਹੀਂ ਹੋ ਰਿਹਾ। ਛੱਡੋ ਪਰਾਂ, ਨੈਚੁਰਲੀ ਆਪਣੀ ਲਾਈਫ ਨੂੰ ਜੀਓ, ਅੱਛਾ ਖਾਓ ਔਰ ਸਹੀ ਤਰੀਕੇ ਨਾਲ ਪਰਹੇਜ਼ ਕਰਕੇ ਖਾਓ, ਔਰ ਹਰ ਚੀਜ਼ ਦਾ ਖਿਆਲ ਰੱਖੋ। ਸਾਇੰਸ ਦਾ ਯੁੱਗ ਹੈ ਅੱਜ ਕੱਲ੍ਹ, ਅਤੇ ਆਪੇ ਸਭ ਕੁਝ ਸਹੀ ਹੋ ਜਾਣਾ। ਅਤੇ ਜੇ ਅਸੀਂ ਬੇਢੰਗਾ ਜੀਵਨ ਗੁਜ਼ਾਰਾਂਗੇ ਅਤੇ ਕੋਈ ਹਿਸਾਬ ਕਿਤਾਬ ਨਾਲ ਨਾ ਖਾਵਾਂਗੇ ਨਾ ਪੀਵਾਂਗੇ, ਤਾਂ ਸਿਹਤ ਸਾਡੀ ਆਪੇ ਖਰਾਬ ਹੋਣੀ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰ ਸ਼ਬਦੀ ਸ਼ਿੰਗਾਰ ਬਣਾਵੇ। ਜਿਹੜਾ ਗੁਰਮੁਖ ਹੈ ਉਹ ਆਪਣੇ ਵਿਚਾਰਾਂ ਨੂੰ ਸਾਫ਼ ਰੱਖ ਕੇ, ਉਹ ਆਪਣੇ ਗੁਰੂ ਦੇ ਭਜਨ ਨੂੰ, ਨਾਮ ਨੂੰ, ਸਿਮਰਨ ਨੂੰ ਜਪ ਕੇ, ਅਭਿਆਸ ਕਰਕੇ, ਗਾ ਕੇ, ਸੁਣ ਕੇ ਆਪਣੀ ਆਤਮਾ ਨੂੰ ਸ਼ਿੰਗਾਰਦਾ ਹੈ। ਅਤੇ ਕਦੇ ਵੀ ਗੁਰੂ ਸਾਹਿਬ ਨੇ ਸਾਡੇ ਤਨ ਦੇ ਸ਼ਿੰਗਾਰ ਨੂੰ ਪ੍ਰਵਾਨ ਨਹੀਂ ਕੀਤਾ, ਸਾਡੀ ਗੋਰੀ ਚਮੜੀ ਨੂੰ ਪ੍ਰਵਾਨ ਨਹੀਂ ਕੀਤਾ। ਜਿਵੇਂ ਤੁਸੀਂ ਅੱਗੇ ਵੀ ਸੁਣਿਆ ਵੀ ਉਹ ਪਾਣੀ ਦਾ ਗਲਾਸ ਇੱਕ ਸੋਹਣੇ ਨੌਜਵਾਨ ਨੇ ਗੋਰੇ ਹੱਥ ਉਹਦੇ ਕੂਲੇ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਾਇਆ। ਮਹਾਰਾਜ ਜੀ ਕਹਿੰਦੇ ਵੀ ਹੱਥ ਬੜੇ ਤੇਰੇ ਨਰਮ ਨਰਮ ਨੇ, ਕਦੀ ਇਹਦੇ ਨਾਲ ਸੇਵਾ ਨਹੀਂ ਕੀਤੀ। ਕਹਿੰਦਾ ਨਾ ਮਹਾਰਾਜ, ਸੇਵਾ ਤਾਂ ਨਹੀਂ ਕੀਤੀ। ਮਹਾਰਾਜ ਜੀ ਕਹਿੰਦੇ ਵੀ ਤੇਰੇ ਹੱਥੋਂ ਅਸੀਂ ਪਾਣੀ ਦਾ ਗਲਾਸ ਵੀ ਨਹੀਂ ਪੀਣਾ, ਕਿਉਂਕਿ ਬਿਨ ਸੇਵਾ ਧ੍ਰਿਗ ਹੱਥ ਪੈਰ। ਗੁਰੂ ਸਾਡੇ ਹੱਥਾਂ ਦੁਆਰਾ ਦਿੱਤੀ ਹੋਈ ਕੋਈ ਵੀ ਸੇਵਾ ਨੂੰ, ਚਾਹੇ ਕੋਈ ਪਦਾਰਥਾਂ ਦੀ ਕਰਦਾ, ਅਨਾਜ ਦੀ ਕਰਦਾ, ਪੈਸੇ ਦੀ ਕਰਦਾ, ਹੱਥਾਂ ਦੇ ਨਾਲ ਹੀ ਦਿੰਦੇ ਆ ਨਾ। ਮਹਾਰਾਜ ਜੀ ਪ੍ਰਵਾਨ ਤਾਂ ਕਰਨਗੇ ਜੇ ਹੱਥਾਂ ਦੇ ਨਾਲ ਕਦੇ ਕੋਈ ਸੇਵਾ ਵੀ ਕੀਤੀ ਹੋਵੇ ਜ਼ਿੰਦਗੀ ਦੇ ਵਿੱਚ। ਇੱਕ ਤਾਂ ਮਜਬੂਰੀ ਹੁੰਦੀ ਹੈ, ਬੰਦਾ ਕੋਈ ਸਰੀਰ ਕਰਕੇ ਠੀਕ ਨਹੀਂ ਕਰ ਸਕਦਾ, ਉਹ ਅਲੱਗ ਗੱਲ ਹੈ। ਪਰ ਜਿਹੜਾ ਕੁਝ ਕਰ ਸਕਦਾ ਉਹਨੇ ਨਹੀਂ ਕੀਤੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਾਨੂੰ ਹਦਾਇਤ ਦਿੱਤੀ ਹੈ, ਇਹ ਸਾਨੂੰ ਹੁਕਮ ਕੀਤਾ ਵੀ ਭਾਈ ਸੇਵਾ ਕਰਨੀ ਹੈ, ਭਾਵੇਂ ਕੋਈ ਵੀ। ਹੁਣ ਇੱਥੇ ਗੱਲ ਸਾਰਿਆਂ ਦੀ ਆ ਜਾਂਦੀ ਹੈ, ਨਿੱਕੇ ਨਿੱਕਿਆਂ ਦੀ ਵੀ ਆ ਜਾਂਦੀ ਹੈ, ਨੌਜਵਾਨਾਂ ਦੀ ਆ ਜਾਂਦੀ ਹੈ, ਬਜ਼ੁਰਗਾਂ ਦੀ ਆ ਜਾਂਦੀ ਹੈ। ਤਿੰਨੇ ਹੀ ਕਰ ਸਕਦੇ ਨੇ, ਤਿੰਨੇ ਹੀ ਕਰ ਸਕਦੇ ਨੇ। ਜੇ ਕੋਈ ਕਹੇ ਵੀ ਮੇਰੇ ਕੋਲ ਤਾਂ ਹੁਣ ਦੂਰਾ ਨਹੀਂ ਹੋ ਹੁੰਦਾ, ਮੁੜ ਨਹੀਂ ਹੁੰਦਾ, ਮੁੱਦਾ ਨਹੀਂ ਹੋ ਹੁੰਦਾ, ਅਤੇ ਫਿਰ ਸਾਨੂੰ ਇਤਿਹਾਸ ਨੂੰ ਦੇਖਣਾ ਪਏਗਾ। ਬਾਬੇ ਫਰੀਦ ਦੀ ਉਮਰ ਦੇਖ ਲੈਣੀ, ਜਦੋਂ ਆਪਣੇ ਪੀਰ ਕੋਲ ਗਏ ਸੀ ਉਹਨਾਂ ਦੀ ਉਮਰ ਦੇਖ ਲੈਣੀ।
बाबा अमरदास की उम्र देख लैनी जदों गुरु अंगद देव पातशाह जी दे कोल गए सी। देखो जिस गागर विच जल भरदे सी किन्नी भारी हुंदी सी, अंदाजा ला लेना। गागर दे विच 10 लीटर घट्टो घट्ट ते पानी आ ही जांदा होएगा ना, घट्टो घट्ट इन्ना तो हुंदा ही होएगा। वड्डी सी, ज़्यादा भी होएगा, थोड़ा घट भी होएगा। वो एक साइड ते अपने मोढे ते रख के 62 साल तो रह के 10-12 साल लै लीए 70 साल की उम्र भी विच ही आ गई। ठीक है जी, लगभग 70 साल की उम्र दा वाला एक बजुर्ग एक इन्ना भारा जिहड़ा सी वो गागर जिहड़ी पानी की मोढे ते रख के ब्यास दरिया तो चक के ते गुरु अंगद साहब का इशनान करवाउंदा। उन्हां तो असीं भी सिक्ख्या लै सकदे हां भी असीं निक्की जी कोई सेवा क्यों नहीं कर सकते, कर सकते। पर महाराज जी कहते ने जान बुझ के बहाने बाज है इंसान मन जानद सब बात, जानद ही औगण करे काहे की कुसलाद हाथ दीप कुए परे। ये कहता सेवादार लगे ने वही कर लगे, कोई गल नहीं, आपां ते की करनी है। सेवादार वो नहीं जिहड़ा नियुक्त किया हुंदा है, असीं सारे ही सेवक हाँ। जदों दात लैनी है सेवक की अरदास प्यारे, उदों असीं सारे सेवक हाँ। ते जदों कोई हत्ती सेवा करनी होवे फिर जिहड़ा नियुक्त किया बंदा वो सेवादार है नहीं भाई। जिन्ने भी असी बैठे हाँ गुरु नानक दे घर दे चाकर हाँ, हम चाकर गोबिंद के। इत्थे नहीं लिखिया जिन्हों नियुक्ति पत्र दिता है वही चाकर है, वही सेवादार है, वही काम कर सकता है। चाहे कोई संस्था होवे बाहर समाज विच, चाहे कोई गुरु घर होवे, चाहे मंदिर होवे, चाहे मस्जिद होवे, उत्थे दुनिया दा कोई भी बंदा, हर बंदा सेवा करन दा हक रखदा ते उहदा फर्ज है, उहदा फर्ज है। इस करके गुरु साहब जी कहते ने शिंगार कला कपड़ियां दा, वस्त्रां दा जां बाहरली चीज़ां दा नहीं करना चाहिए। आत्मा नूं शिंगारन दे लई सेवा ते सिमरन रूपी दात ये हर बंदे कोल होनी चाहिदी है। ठीक है जी, तन दे पूरे वस्त्र चाहिए ने, अधूरे किसी ने पाए कदी कदी देखे नहीं होणगे। ते हुण कोई सिमरन करी जावे जी, सुखमनी साहब भी कर लवे, पंज बाणियां भी पढ़ लवे, ते सेवा नूं कोई हथ ना लाए ते जिवें अधूरा लिबास हुंदा ना, अधूरा लिबास बड़ी बड़ी सुनिया भी जिदा एक खंभ हुंदा बस वो चीज़ है। अपने जीवन दे विच सेवा ता सिमरन दा फलसफा, सेवा ते सिमरन दी दात ये शिंगार है। इसे ही शिंगार नूं साडे भगतां ने, साडे सिखां ने, साडे गुरुआं ने खुद कीता, खुद कीता। गुरु अमरदास जी, गुरु रामदास जी, किहड़े गुरु की गल करिए, उन्होंने सारिया ने अपने हत्थां दे नाल पहला सेवा की। उन्होंने सेवा की, ये शिंगार जदों कीता ने ते गुरु साहब ने उन्होंने पसंद कर लिया, गुरु साहब ने उन्होंने लाइक किया, उन्होंने शिंगार नूं लाइक किया। ते जिन्हां ने ये काम नहीं किया ते गुरु महाराज जी ने उन्होंने अपने तो दूर कर दिता। वो बख्शिशां लैन विच लेट हो गए, उन्हां ते किरपा ते होई पर वो बहुत पछड़ गए, बहुत दूर चले गए। इस करके गुरु साहब जी, गुरु अमरदास जी दस रहे ने गुर शब्द ही शिंगार बनावे। भी शब्द का मतलब ये नहीं भी शब्द कला पढ़ के ते हुण अपने आप नूं शिंगारिया समझिए। शब्द विच छुपिया की है, ध्यान देना। असी घर बदाम लैके जाने, गिरियां नहीं, बदाम बदाम लैके जाने, उन्होंने तोड़ के विचों कढ़ के असी अखरोट खरीदते हैं। अखरोट नूं तोड़ के, अखरोट तो महंगा लै लिया, सानूं पता है कीमती है, ताकत देनी है, पर उन्होंने विचों फोल के, उहदे विचों काले भी सड़े भी हुंदे ने, उन्होंने वख कर दिता जाता है। उन्होंने फोल के विचों चंगे चंगे कढ़ के एक पासे रख के फिर असी उन्होंने छकदे हाँ, फिर उन्होंने खांदे हाँ। तो जे असी उन्होंने कहीए भी उन्होंने असी विचों बाहर ही ना कढ़ीए तो ऐदा वह असर हो जाएगा, कभी भी नहीं असर होएगा। उन्होंने वख करना पएगा, उन्होंने अलग करना पएगा। मतलब
अखरोट दे विच जिहड़ी गिरी है वो ताकत है, ना कि बाहरली चीज़। शब्द सुनना कल्ली ताकत नहीं, ये भी नहीं कह सकते भी वो ताकत नहीं, पर वो तो ज़्यादा ताकत वो है जदों जे को खावे, बाणी विच क्लीयर करता, जे को खावे जे को भुंचा तिसका होए उधारो। उधार ਉਹਦਾ होना जिन्ने बदाम अखरोट विचों कढ़ के गिरी खा लई। नारियल ते बाहरों कितना सख्त हुंदा, खानी ते गिरी है। शब्द ते मैं भी पढ़ लिया, तुसीं भी पढ़ लिया, आसा दीवार दे छक्के भी सरवण कर ले, सुन ले। ਉਹਦੇ ਵਿੱਚ लिखिया की है, ਉਹਨੂੰ ਜਿਹੜਾ अपने मन दे कोल लैके जाना, मन ਨੂੰ ਮਨਾਉਣਾ भी आ खा, आ चीज़ तैनूं ਕਰਨ ਦੀ खाण दी महाराज ने हुक्म किया भी झूठ ना बोल, पांडे सच कही है। गुरु ने कहा भी झूठ नहीं बोलना। इस करके जे वो चीज़ मन खाएगा तो मन तां ही सोहना बनेगा, तां ही मन का शिंगार होएगा। गुरु महाराज जी कहते ने भी नफरत ईर्खा नूं मिटाना, जे मन ये गल गुरु शब्द की मन लेगा, विचार मन लेगा, तो यदा मतलब मन का शिंगार हो गया। केवल सुनना शिंगार नहीं। ध्यान देना, 10,000 का कोई पेंट कोट लिया के घर रख ले, 50,000 का कोई साड़ी लहंगा घर लिया के रख ले, वो जदों तक उन्होंने तन ते पहनिया ना जाएगा उदों तक लोग वाह वाह नहीं कहणगे। आ गई समझ जी? जदों तक ट्रंक जां अलमारी दे विचों कढ़ के कपड़ा तन दे नाल ना लाया जाएगा उदों तक लोग नहीं पुछणगे कित्थों लिया, किन्नी कीमत है। जदों तक बाणी नूं गुरु ग्रंथ साहिब जी दे विचों बाहर कढ़ के अपने मन दे उपर लैके ना गए, मन नूं ना शिंगारिया, मन नूं ना जामा पहनाया, तो कभी भी मन ने सोहना नहीं बनना। गुर शब्दी शिंगार बनावे। सो महाराज जी कहते तू सोहना बन जाएगा, असली शिंगार होएगा। तो सुहागण जिहड़ी है उहदी निशानी ही शिंगार है। गुरमुख दी निशानी ही सेवा सिमरन है, ये शिंगार है। सो सेज सुखाली आनंदन हर रावे। जदों इस तरह की जीव इस्त्री होएगी मालक उन्होंने रोज़ मिलेगा। महाराज जी कहते ਉਹਦੇ निज घर विच रोज़ आएगा, मतलब उन्होंने रोज़ नहीं हर वेले दर्शन देवेगा। सदा आनंद रहे दिन राती, मिल प्रीतम सदा सुख पावे। तो वह अपने मालक नूं मिल के सदा खुश रहेगा, आनंद विच रहेगा। सा सुहागन साची जिस साच प्यार। सो ओ जीव इस्त्री सदा सुहागन या चंगे भागा वाली है, जिसनों अपने मालक नाल प्यार हुंदा है। अपना पिर राखे सदा उर धार। वो अपने पति नूं भाव अपने मालक नूं सदा ही अपने अंदर वसा के रखती है। वो पति व्रता बन के रहिंदी है। अपना पिर राखे सदा उर धार, मतलब ओदा भै ते ओदा भाव। भै दा मतलब डर ते भाव दा मतलब प्रेम। ਉਹਦੇ दसे होए मार्ग ते चल के भै ते भाव के अनुसार अपना जीवन बताउंदी जां बताउंदा। वो महाराज जी कहते सुहागण हुंदी है नेड़े वेखे सदा हदूर। वो अपने मालक नूं सदा ही नेड़े वेखदी है, सदा ही ये गावे को जापे दिसे दूर, गावे को वेखे हादरा हदूर। वो लागे समझदी है मेरे संग है सदा अंग संगे, अभंगंगे विभूते। नेड़े वेखे सदा हदूर, मेरा प्रभ रहा, मेरा प्रभ सर्व रहा भरपूर। उसनों अपना मालक व्यापक दिसदा, व्यापक मतलब ये डर जिहड़ा है ना वो व्यापक है। माँ बाप का डर जिहड़ा ना वो व्यापक है। जिहदे बच्चे नूं माँ बाप का डर हुंदा है, उन्होंने पता भी मेरे बाप ने मेरी माँ ने ये गल कही भी ये काम नहीं करना, तो वह डर ही उन्होंने माड़े पासों मोड़दा है। ये डर व्यापक रूप में वरतदा है। चाहे वह आस्ट्रेलिया यूरोप ना चला जाए, चाहे वह फॉरन की कंट्री किसी भी कंट्री में कनेडा अमेरिका ना चला जाए, जिहड़ा डर माँ बाप ने दिता होंदा, मतलब जिहड़े संस्कार दिते होंदे उहदे करके वो गलत संगत नहीं करता। वो कहंदे नेड़े वेखे सदा हदूर। वो अपने माँ बाप के हुक्मां नूं, उन्हां दे दिते संस्कारां नूं, उन्हां दे डर नूं उत्थे भी वो समझदा है। नेड़े वेखे सदा हदूर, मेरा प्रभ सर्व रहा भरपूर। आगे जात रूप न जाए,
ਅੱਗੇ ਪ੍ਰਲੋਕ ਵਿੱਚ ਨਾ ਕਿਸੇ ਦੀ ਜਾਤ ਜਾਂਦੀ ਹੈ, ਨਾ ਕਿਸੇ ਦਾ ਰੰਗ ਤੇ ਰੂਪ ਜਾਂਦਾ ਹੈ। ਅੱਗੇ ਜਾਤ ਰੂਪ ਨਾ ਜਾਏ, ਨਾ ਉੱਥੇ ਉੱਚੀ ਜਾਤ ਜਾਂਦੀ ਹੈ, ਨਾ ਕਿਸੇ ਦਾ ਸੁਨੱਖਾਪਣ ਜਾਂਦਾ ਹੈ। ਬਾਣੀ ਭਗਤ ਰਵਿਦਾਸ ਜੀ ਦੀ ਵੀ ਪੜ੍ਹ ਲੈਂਦੇ ਹਾਂ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਅੱਗੇ ਜਾਤ ਰੂਪ ਨਾ ਜਾਏ, ਅੱਗੇ ਨਾ ਰੂਪ ਜਾਂਦਾ ਕਿਸੇ ਦਾ, ਨਾ ਜਾਤ ਜਾਂਦੀ ਹੈ। ਜਿਸ ਦਾ ਮਨ ਸੋਹਣਾ, ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ। ਸੋ ਮਨ ਜਿਹਦਾ ਸੋਹਣਾ ਉਹ ਮੰਨ ਜਾਂਦਾ ਉਸ ਪਰਮਾਤਮਾ ਵਿੱਚ। ਤੇਹਾ ਹੋਵੇ ਜਿਹੇ ਕਰਮ ਕਮਾਏ। ਸੋ ਜਿੱਦਾਂ ਦੇ ਮਨੁੱਖ ਕਰਮ ਕਰਦਾ ਉੱਦਾਂ ਦੀ ਉਹਦੀ ਜਾਤ ਬਣ ਜਾਂਦੀ ਹੈ। ਕਰਮ ਤੂੰ ਜਾਤ ਹੈ, ਧਿਆਨ ਦੇਣਾ, ਕਰਮ ਤੂੰ ਜਾਤ ਹੈ, ਨਾ ਕਿ ਜਾਤ ਤੂੰ ਕਰਮ ਹੈ। ਸੌਖੀ ਉਦਾਹਰਨ ਦੇਣਾ, ਜਦੋਂ ਕਿ ਜਿੱਦਾਂ ਦਾ ਕਰਮ ਕਰਦਾ ਉੱਦਾਂ ਦੀ ਉਹਦੀ ਜਾਤ ਬਣ ਜਾਂਦੀ ਹੈ। ਜਿਹੜਾ ਚਾਹੇ ਕੋਈ ਖੱਤਰੀਆਂ ਦਾ ਲੜਕਾ ਹੋਵੇ, ਜੇ ਉਹ ਲੋਹੇ ਦਾ ਕੰਮ ਕਰਦਾ ਤੇ ਉਹਨੂੰ ਲੁਹਾਰ ਕਹਿ ਦੇਣਾ। ਚਾਹੇ ਕਿਸੇ ਵੀ ਕਾਸਟ ਦਾ ਬੰਦਾ ਹੋਵੇ, ਜੇ ਉਹ ਕੱਪੜੇ ਸੀਂਦਾ ਤੇ ਉਹਨੂੰ ਦਰਜੀ ਕਹਿ ਦੇਣਾ। ਧਿਆਨ ਦੇਣਾ, ਚਾਹੇ ਕਿਸੇ ਵੀ ਕਾਸਟ ਦਾ ਬੰਦਾ ਹੋਵੇ, ਜੇ ਉਹ ਜੁੱਤੀਆਂ ਗੰਢਦਾ ਉਹਨੂੰ ਚਮਾਰ ਕਹਿ ਦੇਣਾ। ਇਹ ਨੀਚ ਨਹੀਂ ਹੈਗੇ। ਤੇ ਜੇ ਕੋਈ ਕਿਸੇ ਵੀ ਧਰਮ ਦਾ ਕੋਈ ਬਾਹਮਣਾ ਦਾ ਮੁੰਡਾ ਜੇ ਕੱਪੜੇ ਰੰਗਦਾ ਉਹਨੂੰ ਲਲਾਰੀ ਕਹਿ ਦੇਣਾ। ਮਹਾਰਾਜ ਜੀ ਕਹਿੰਦੇ ਇੱਦਾਂ ਹੀ ਤੂੰ ਜਿੱਦਾਂ ਦੇ ਕਰਮ ਕਰੇਗਾ ਉਹਦੇ ਮੁਤਾਬਕ ਤੇਰੀ ਜਾਤ ਹੈ, ਨਾ ਕਿ ਜਾਤ ਮੁਤਾਬਕ ਕਰਮ ਹੈ। ਕਰਮ ਤੇਰੀ ਜਾਤ ਨੂੰ ਨਿਸ਼ਚਿਤ ਕਰਨਗੇ ਤੂੰ ਕਿਹੜੀ ਜਾਤ ਦਾ। ਵੈਸੇ ਅਸੀਂ ਲਿਖਾਇਆ ਵੀ ਸਾਡੀ ਜਾਤ ਇਹ ਹੈ, ਬ੍ਰੈਕਟ ਵਿੱਚ ਲਿਖਦੇ ਹਾਂ SC BC ਫਲਾਨਾ OBC। ਮਹਾਰਾਜ ਜੀ ਕਹਿੰਦੇ ਗੁਰਮਤਿ ਅਨੁਸਾਰ ਤੇਰੀ ਜਾਤ ਤੇਰੇ ਕਰਮਾਂ ਮੁਤਾਬਕ ਹੈ। ਤੇਹਾ ਹੋਵੇ ਜਿਹੇ ਕਰਮ ਕਮਾਏ। ਜਿਵੇਂ ਦੇ ਤੂੰ ਕਰਮ ਕਰੇਗਾ ਉਹਦੇ ਮੁਤਾਬਕ ਰੱਬ ਤੇਰੀ ਜਾਤ ਨਿਸ਼ਚਿਤ ਕਰੇਗਾ। ਉਹ ਆਂਦੀ ਨਾ ਪੰਗਦੀ ਵੀ ਉਹ ਮਨੁੱਖਾਂ ਵਾਲਾ ਜਾਮਾ ਤੇ ਪਸ਼ੂਆਂ ਵਾਲੀ ਬਿਰਤੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਜੀ ਕਹਿੰਦੇ ਤੂੰ ਹਿਸਾਬ ਆਪਣੇ ਕਰਮਾਂ ਤੋਂ ਤੂੰ ਆਪ ਲਾਈ ਵੀ ਪਸ਼ੂ ਹੈ ਕਿ ਇਨਸਾਨ। ਜੇ ਕਰਤੂਤ ਤੇਰੀ ਪਸ਼ੂਆਂ ਵਰਗੀ ਤੂੰ ਪਸ਼ੂ ਹੀ ਹੈ। ਪੇਟ ਭਰਿਓ ਪਸ਼ੂਆ ਜਿਉਂ ਸਿਓਇਓ। ਜਿਹੜਾ ਸੌਂਦਾ ਰਹਿੰਦਾ, ਖਾਂਦਾ ਹੀ ਰਹਿੰਦਾ, ਬਹਿੰਦਾ ਉੱਠਦਾ, ਇੱਕੋ ਕਿੱਲੇ ਤੇ ਵਜਾ ਰਹਿੰਦਾ, ਉਹਨੂੰ ਬਾਣੀ ਵਿੱਚ ਲਿਖਿਆ ਬੜੀ ਵਾਰੀ ਅਸੀਂ ਪੰਕਤੀ ਪੜ੍ਹ ਲਈ ਹੈ। ਪੇਟ ਭਰਿਓ ਪਸ਼ੂਆ ਜਿਉਂ ਸਿਓਇਓ, ਮਨੁੱਖ ਜਨਮੇ ਹਾਰਿਓ, ਕਰਤੂਤ ਪਸ਼ੂ ਕੀ ਮਾਨਸ ਜਾਤ। ਤੇਰੀ ਜਾਤ ਤੇਰੇ ਕਰਮਾਂ ਦੇ ਦੁਆਰਾ ਲਿਖੀ ਜਾਏਗੀ। ਤੇਹਾ ਹੋਵੇ ਜਿਹੇ ਕਰਮ ਕਮਾਏ, ਸ਼ਬਦੇ ਉੱਚੋ ਉੱਚਾ ਹੋਏ। ਮਹਾਰਾਜ ਜੀ ਕਹਿੰਦੇ ਤੂੰ ਸ਼ਬਦ ਦੇ ਨਾਲ ਉੱਚਾ ਹੋਵੇਗਾ, ਸ਼ਬਦ ਦੇ ਨਾਲ ਉੱਚਾ ਹੋਏਗਾ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਜਿਹਨਾਂ ਲੋਕ ਨੀਵੀਂ ਜਾਤ ਕਹਿੰਦੇ ਨੇ, ਭਗਤ ਕਬੀਰ ਜੀ ਨੀਵੀਂ ਜਾਤ ਕਹਿੰਦੇ ਨੇ, ਛਿੰਬਾ ਨਾਮਾ ਜੀ ਨੀਵੀਂ ਜਾਤ ਕਹਿੰਦੇ ਨੇ, ਤੇ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਨੀਵੀਂ ਜਾਤ ਕਹਿੰਦੇ ਨੇ। ਪਰ ਉਹਨਾਂ ਨੂੰ ਲੋਕੀ ਮੱਥੇ ਟੇਕਦੇ ਨੇ। ਕਿਉਂ? ਮਤਲਬ ਉਹਨਾਂ ਦੇ ਕਰਮਾਂ ਨੂੰ ਮੱਥੇ ਟੇਕਦੇ ਨੇ। ਉਹ ਕਰਮ ਕਰਕੇ ਵੱਡੇ ਨੇ, ਇਸ ਕਰਕੇ ਜਿਹੜਾ ਕਰਮ ਕਰ ਲੈਂਦਾ ਉਹਦੀ ਜਾਤ ਵੀ ਵੱਡੀ ਹੋ ਜਾਂਦੀ ਹੈ। ਪੰਕਤੀ ਪੜ੍ਹੀ ਸੀ ਸ਼ੁਰੂ 'ਚ ਵੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛਿਪਰੋ ਹੋਇਓ ਲਾਖੀ ਨਾ। ਸੋ ਲੱਖਾਂ ਦਾ ਹੋ ਜਾਂਦਾ, ਉਹਨੂੰ ਗੁਰੂ ਪ੍ਰਵਾਨ ਕਰ ਦਿੰਦਾ। ਸ਼ਬਦ ਦੇ ਉੱਚੋ ਉੱਚਾ ਹੋਏ, ਸ਼ਬਦ ਦੀ ਕਮਾਈ ਦੇ ਨਾਲ ਬੰਦਾ ਉੱਚਾ ਤੇ ਸੁੱਚਾ ਹੁੰਦਾ। ਨਾਨਕ ਸਾਚ ਸਮਾਵੇ ਸੋਏ, ਉਹੀ ਸਦਾ ਪ੍ਰਮਾਤਮਾ ਵਿੱਚ ਲੀਨ ਹੁੰਦਾ ਜਿਹਦੇ ਕੋਲ ਸ਼ਬਦ ਹੁੰਦਾ। ਜਿਸ ਕੋਲ ਸ਼ਬਦ ਨਹੀਂ ਹੁੰਦਾ ਉਹਦੀ ਕੁੱਲ ਜਿਹੜੀ ਮਰਜ਼ੀ ਹੋਵੇ, ਜ਼ਾਤ ਜਿਹੜੀ ਮਰਜ਼ੀ ਹੋਵੇ, ਪ੍ਰਮਾਤਮਾ ਵਿੱਚ ਲੀਨ ਨਹੀਂ ਹੁੰਦਾ। ਸੋ ਇਹ ਸੀ ਅੱਜ ਦੇ ਸ਼ਬਦ ਦੀ ਲੜੀਵਾਰ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਗੁਰੂ ਸਾਹਿਬ ਮਿਹਰ ਕਰਨ, ਸ਼ਬਦ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਸੋ ਮਹਾਰਾਜ ਜੀ ਸਰਬੱਤ ਦਾ ਭਲਾ ਕਰਨ, ਹਰ ਮੈਦਾਨ ਫਤਿਹ ਕਰਨ। ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।